ਫਗਵਾੜਾ ਦੇ ਮਹੱਲਾ ਗੋਬਿੰਦਪੁਰਾ ਦੇ ਠੇਕੇਦਾਰ ਦੀ ਅੱਜ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਤੇ ਠੇਕੇਦਾਰ ਦੇ ਲੜਕੇ ਦਾ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਆਰੋਪ ਹੈ ਕਿ ਡਾਕਟਰ ਨੇ ਸਸਪੈਕਟਡ ਕਰੋਨਾ ਲੈ ਕੇ ਮੇਰੇ ਪਿਤਾ ਮੋਹਨ ਲਾਲ ਨੂੰ ਕੋਵਿਡ ਸੈਂਟਰ ਦੇ ਕਮਰੇ ਵਿੱਚ 2 ਦਿਨ ਪਹਿਲਾਂ ਦਾਖਲ ਕਰ ਲਿਆ ਸੀ ਤੇ ਕੋਵਿਡ ਟੈਸਟ ਮੇਰੇ ਪਿਤਾ ਦੇ ਇੰਜੈਕਸ਼ਨ ਲਗਾ ਦਿੱਤੇ ਤੇ ਜਦੋਂ ਅੱਜ ਸਵੇਰੇ ਮੇਰੇ ਪਿਤਾ ਦੀ ਆਕਸੀਜਨ ਘਟ ਗਈ ਤਾਂ ਉਸ ਨੂੰ ਜਲੰਧਰ ਦੇ ਪਿੰਸ ਹਸਪਤਾਲ ਲੈ ਗਏ। ਜਦੋਂ ਡਾਕਟਰਾਂ ਨੇ ਸਿਵਲ ਹਸਪਤਾਲ ਦੀ ਪਰਚੀ ਤੇ ਸਸਪੈਕਟਡ ਕਰੋਨਾ ਮਰੀਜ਼ ਲਿਖਿਆ ਦੇਖਿਆ ਤਾਂ ਕਿਸੇ ਵੀ ਡਾਕਟਰ ਨੇ ਮੇਰੇ ਪਿਤਾ ਦਾ ਇਲਾਜ ਨਹੀਂ ਕੀਤਾ, ਜਿਸ ਕਾਰਨ ਉਹਨਾਂ ਦੀ ਮੌਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਹੋ ਗਈ ਤੇ ਜਦੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਨੇ ਟੈਸਟ ਕੀਤਾ ਤਾਂ ਕਰੋਨਾ ਟੈਸਟ ਨੈਗੇਟਿਵ ਨਿਕਲਿਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਰੋਨਾ ਨੈਗੇਟਿਵ ਵਿੱਚ ਕਰੋਨਾ ਬਿਮਾਰੀ ਦੇ ਕਿਉਂ ਲੱਗੇ ਟੀਕੇ। ਹੁਣ ਤੁਹਾਨੂੰ ਦਿਖਾਉਂਦੇ ਆ ਕੀ ਕਹਿ ਰਹੇ ਹਨ ਪੂਰੇ ਮਾਮਲੇ ਦੇ ਬਾਰੇ ਲੋਕ ਇਨਸਾਫ ਪਾਰਟੀ ਦੇ ਜਰਨੈਲ ਨੰਗਲ। ਆਓ ਦੇਖਦੇ ਹਾਂ ਇਸ ਵੀਡੀਓ ਦੇ ਅੰਦਰ। ਫਗਵਾੜਾ ਐਕਸਪ੍ਰੈਸ ਨਿਊਜ਼ ਲਾਈਵ ਤੋਂ ਵਿਨੋਦ ਸ਼ਰਮਾ ਦੇ ਨਾਲ ਚਾਹਤ ਸਖੂਜਾ ਦੀ ਰਿਪੋਰਟ। ਅੱਜ ਇੱਕ ਬੜੀ ਦੁਖਦਾਈ ਘਟਨਾ ਜਿਹੜੀ ਆ ਉਹ ਘਟੀ ਆ ਸਾਡੇ ਮੁਹੱਲਾ ਗੋਬਿੰਦਪੁਰਾ ਤੋਂ ਠੇਕੇਦਾਰ ਮੋਹਨ ਲਾਲ ਜੀ, ਜਿਹੜੇ ਸਾਬਕਾ ਮੈਂਬਰ ਪੰਚਾਇਤ ਵੀ ਸੀਗੇ, ਉਹਨਾਂ ਦੇ ਮਿਸਿਸ ਸਾਬਕਾ ਮੈਂਬਰ ਬਲਾਕ ਸੰਮਤੀ ਵੀ, ਔਰ ਉਹਨਾਂ ਨੂੰ ਬੁੱਧਵਾਰ ਇੱਥੇ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਂਦਾ ਗਿਆ। ਉਹਨਾਂ ਨੂੰ ਹਲਕਾ ਬੁਖਾਰ ਸੀ ਤੇ ਥੋੜੀ ਬਹੁਤ ਸਾਹ ਲੈਣ ਦੇ ਵਿੱਚ ਪ੍ਰੋਬਲਮ ਸੀਗੀ, ਲੇਕਿਨ ਇੱਥੇ ਫਗਵਾੜਾ ਸਿਵਲ ਹਸਪੀਟਲ ਦੀ ਇੱਕ ਅਣਗਹਿਲੀ ਔਰ ਅਣਗਹਿਲੀ ਏਡੀ ਵੱਡੀ ਕਿ ਇਹਨਾਂ ਨੇ ਇੱਕ ਮੇਰੇ ਕੋਲ ਪਰਚੀ ਹੈ ਸਿਵਲ ਹਸਪੀਟਲ ਫਗਵਾੜਾ ਦੀ, ਜਿਹੜਾ ਕਰੀਬ ਦੁਪਹਿਰੋਂ ਬਾਅਦ ਜਦੋਂ ਇਹ 2-3 ਵਜੇ ਦੇ ਕਰੀਬ ਪੇਸ਼ੈਂਟ ਨੂੰ ਲੈ ਕੇ ਆਏ ਆ, ਉਹਦੀ ਪਰਚੀ ਆ ਔਰ ਇਸ ਪਰਚੀ ਦੇ ਉੱਤੇ ਉਹਨਾਂ ਨੇ ਸਸਪੈਕਟਡ ਲਿਖਿਆ ਆ ਬਈ ਹੋ ਸਕਦਾ ਹੈ ਕੋਵਿਡ-19 ਸ਼ੱਕੀ ਪੇਸ਼ੈਂਟ ਹੈ। ਔਰ ਇਹਨਾਂ ਨੇ ਸ਼ੱਕੀ ਆਪਣੇ ਹੱਥਾਂ ਦੇ ਨਾਲ ਲਿਖਿਆ ਇਸ ਪਰਚੀ ਦੇ ਉੱਤੇ, ਔਰ ਸ਼ੱਕੀ ਪੇਸ਼ੈਂਟ ਨੂੰ ਬਿਨਾਂ ਕਿਸੇ ਟੈਸਟ ਤੋਂ ਕੋਵਿਡ-19 ਦਾ ਟੈਸਟ ਨਹੀਂ ਕੀਤਾ, ਸਿਰਫ ਸ਼ੱਕੀ ਸਮਝ ਕੇ ਇਹਨਾਂ ਨੇ 2 ਦਿਨ ਤੱਕ ਕਰੋਨਾ ਵਾਰਡ ਦੇ ਵਿੱਚ ਉਹਨਾਂ ਨੂੰ ਰੱਖਿਆ। ਔਰ ਜਿਹੜੇ ਕਰੋਨਾ ਤੋਂ ਬਚਾਅ ਦੇ ਵਾਸਤੇ ਇੰਜੈਕਸ਼ਨ ਲਗਾਏ ਜਾਂਦੇ ਆ ਔਰ ਉਹ ਇੰਜੈਕਸ਼ਨ ਜਿਹੜੇ ਹੈਗੇ ਆ ਇਹਨਾਂ ਨੂੰ ਲਗਾਏ ਗਏ ਔਰ ਉਹ ਇੰਜੈਕਸ਼ਨ ਦੇ ਨਾਲ ਬਾਡੀ ਦੇ ਵਿੱਚ ਹੋਰ ਬਹੁਤ ਸਾਰੀਆਂ ਚੇਂਜਸ ਆਉਂਦੀਆਂ। ਜੇ ਕੋਵਿਡ-19 ਬੰਦਾ ਪੋਜ਼ਿਟਿਵ ਨਹੀਂ ਹੈਗਾ ਤਾਂ ਇਹਦਾ ਮਤਲਬ ਉਹਦਾ ਕਿਤੇ ਨਾ ਕਿਤੇ ਸਾਈਡ ਇਫੈਕਟ ਵੀ ਜਾਂਦਾ। ਤੋ ਹਾਲਾਤ ਇਹ ਬਣ ਗਏ ਕਿ 2 ਦਿਨ ਠੇਕੇਦਾਰ ਮੋਹਨ ਲਾਲ ਜੀ ਨੂੰ ਕੋਵਿਡ-19 ਦੇ ਵਾਰਡ ਦੇ ਵਿੱਚ ਰੱਖਿਆ, ਪੋਜ਼ਿਟਿਵ ਬਿਨਾਂ ਟੈਸਟ ਕੀਤਿਆਂ ਪੋਜ਼ਿਟਿਵ ਸਮਝ ਕੇ ਰੱਖ ਲਿਆ ਔਰ 2 ਦਿਨ ਉਹਨਾਂ ਦਾ ਟ੍ਰੀਟਮੈਂਟ ਵੀ ਕਰੋਨਾ ਦਾ ਹੀ ਕੀਤਾ। ਔਰ ਉਸ ਤੋਂ ਬਾਅਦ ਵਿੱਚ ਅੱਜ ਜਦੋਂ ਹਾਲਤ ਖਰਾਬ ਹੋ ਗਈ ਤਾਂ ਇਹ ਇੱਥੋਂ ਇਹਨਾਂ ਨੇ ਉਹਨੂੰ ਰੈਫਰ ਕਰਵਾਇਆ ਤੇ ਠੇਕੇਦਾਰ ਮੋਹਨ ਲਾਲ ਜੀ ਨੂੰ ਲੈ ਕੇ ਪਿੰਸ ਦੇ ਵਿੱਚ ਗਏ। ਪਿੰਸ ਨੇ ਜਦੋਂ ਦੇਖਿਆ ਵੀ ਕੋਵਿਡ ਦਾ ਪੇਸ਼ੈਂਟ ਆ, ਇਹਨਾਂ ਦੇ ਗਲਤ ਲਿਖਣ ਦੇ ਕਰਕੇ ਉਹਨਾਂ ਨੇ ਹੱਥ ਨਹੀਂ ਪਾਇਆ। ਸਿਵਲ ਹਸਪੀਟਲ ਦੇ ਵਿੱਚ ਗਏ, ਉਹਨਾਂ ਨੇ ਹੱਥ ਨਹੀਂ ਪਾਇਆ। ਇਹ ਧੱਕੇ ਖਾਂਦੇ ਅੰਮ੍ਰਿਤਸਰ ਗੁਰੂ ਨਾਨਕ ਹਸਪੀਟਲ ਜਿਹੜੇ ਗੁਰੂ ਨਾਨਕ ਮੈਡੀਕਲ ਕਾਲਜ ਉੱਥੇ ਗਏ ਔਰ ਉੱਥੇ ਅੱਧੇ ਘੰਟੇ ਬਾਅਦ ਉਹਨਾਂ ਦੀ ਮੌਤ ਹੋ ਗਈ। ਔਰ ਉਹਨਾਂ ਨੇ ਕੋਵਿਡ ਦਾ ਟੈਸਟ ਜ਼ਰੂਰ ਲਿਆ ਔਰ ਜਿਹੜਾ ਕੋਵਿਡ ਦਾ ਟੈਸਟ ਆ ਇਹ ਗੁਰੂ ਨਾਨਕ ਮੈਡੀਕਲ ਕਾਲਜ ਦੀ ਪਰਚੀ ਆ, ਜਿਹਦੇ ਉੱਤੇ ਉਹਨਾਂ ਨੇ ਕਰੋਨਾ ਪੋਜ਼ਿਟਿਵ ਨਹੀਂ ਲਿਖਿਆ, ਕਰੋਨਾ ਨੈਗੇਟਿਵ ਲਿਖਿਆ ਆ। ਦੇਖੋ ਇਸ ਪਰਚੀ ਦੇ ਉੱਤੇ ਉਹ ਕਰੋਨਾ ਨੈਗੇਟਿਵ ਲਿਖ ਰਹੇ ਆ। ਇਹਦਾ ਮਤਲਬ ਇਹ ਆ ਕਿ ਜਿਸ ਬੰਦੇ ਨੂੰ ਕਰੋਨਾ ਨਹੀਂ ਸੀ ਉਹਨੂੰ ਕਰੋਨਾ ਦੇ ਵਾਰਡ ਦੇ ਵਿੱਚ ਇਹਨਾਂ ਨੇ 2 ਦਿਨ ਤੱਕ ਰੱਖਿਆ। ਇੱਥੇ ਤਾਂ ਹਾਲਾਤ ਇਹ ਆ ਵੀ ਆਪਾਂ ਇਹ ਕਹਿੰਦੇ ਆ ਮੈਡੀਕਲ ਲਾਈਨ ਦੇ ਵਿੱਚ ਜਿਹੜੀਆਂ ਉਹਨਾਂ ਨੇ ਸਾਨੂੰ ਹਦਾਇਤਾਂ ਜਾਰੀ ਕੀਤੀਆਂ, ਡਾਕਟਰਸ ਨੇ ਜਿਹੜੀਆਂ ਐਕਸਪਰਟ ਨੇ ਜਿਹੜੀਆਂ ਸਾਡੀਆਂ ਗਾਈਡਲਾਈਨ ਦਿੱਤੀਆਂ, ਆਪਾਂ ਨੂੰ ਕਹਿੰਦੇ ਆ ਵੀ ਮਾਸਕ ਵੀ ਪਾ ਕੇ ਰੱਖੋ ਕਿਉਂਕਿ ਹਵਾ ਰਾਹੀਂ ਵੀ ਸਾਡੇ ਸਾਹ ਲੈਣ ਨਾਲ ਵੀ ਕਰੋਨਾ ਫੈਲਦਾ ਤੇ ਜੇ ਸਾਡੇ ਸਾਹ ਲੈਣ ਦੇ ਨਾਲ ਵੀ ਕਰੋਨਾ ਫੈਲਦਾ, ਆਪਾਂ ਕਹਿੰਦੇ ਬਾਰ-ਬਾਰ ਹੱਥ ਧੋਵੋ, ਅਸੀਂ ਕਿਸੇ ਨੂੰ ਟੱਚ ਕਰ ਲਿਆ ਤਦ ਵੀ ਕਰੋਨਾ ਫੈਲਦਾ। ਇਹਦਾ ਮਤਲਬ ਜਿਹੜਾ ਬੰਦਾ ਸਿਹਤ ਪੱਖੋਂ ਕਮਜ਼ੋਰ ਸੀ, ਉਹਨੂੰ ਪ੍ਰੋਬਲਮ ਕੋਈ ਹੋਰ ਸੀ, ਉਹਨੂੰ ਕਰੋਨਾ ਦੇ ਵਾਰਡ ਦੇ ਵਿੱਚ ਇਹਨਾਂ ਨੇ 2 ਦਿਨ ਤੱਕ ਰੱਖਿਆ। ਇਹਦਾ ਮਤਲਬ ਉਸ ਇਨਸਾਨ ਨੂੰ ਇਹਨਾਂ ਨੇ ਮੌਤ ਦੇ ਖੂਹ ਦੇ ਵਿੱਚ ਧਕੇਲਿਆ। ਤੋ ਇਹ ਇਹਨਾਂ ਦੀ ਜਿਹੜੀ ਸਿਵਲ ਹਸਪੀਟਲ ਦੀ ਬਹੁਤ ਬਲੰਡਰ ਮਿਸਟੇਕ ਆ, ਬਹੁਤ ਵੱਡੀ ਇੱਕ ਗਲਤੀ ਹੋਈ ਆ, ਜਿਹਦੇ ਨਾਲ ਇੱਕ ਕੀਮਤੀ ਜਾਨ ਜਿਹੜੀ ਆ ਚਲੀ ਗਈ ਆ। ਔਰ ਅਸੀਂ ਸਵੇਰੇ ਅੱਜ ਤਾਂ ਹੁਣ ਟਾਈਮ ਨਿਕਲ ਗਿਆ, ਅੱਜ ਟਾਈਮ ਨਿਕਲਣ ਦੇ ਕਰਕੇ ਅਸੀਂ ਅੱਜ ਕੋਈ ਇਦਾਂ ਨੇ ਅਸੀਂ ਸਵੇਰੇ ਇਸ ਪੂਰੇ ਮਾਮਲੇ ਦੀ ਜਿਹੜੀ ਪੂਰੀ ਪ੍ਰੋਪਰ ਜਿਹੜੀ ਆ ਉਹ ਕਾਰਵਾਈ ਦੀ ਮੰਗ ਕਰਾਂਗੇ ਕਿਉਂਕਿ ਅਸੀਂ ਜਾਂਚ ਦੀ ਮੰਗ ਨਹੀਂ ਕਰਾਂਗੇ ਕਿਉਂਕਿ ਇਹ ਜਾਂਚ ਦੇ ਨਾਮ ਦੇ ਉੱਤੇ ਠੰਡੇ ਬਸਤੇ ਦੇ ਵਿੱਚ ਪਾਉਣ ਵਾਲਾ ਕੰਮ ਜਿਹੜਾ ਆ ਉਹ ਸਾਨੂੰ ਮਨਜ਼ੂਰ ਨਹੀਂ ਹੋਏਗਾ। ਕਿਉਂਕਿ ਜਾਂਚ ਦੇ ਲਈ ਕੀ ਕਰਨਾ, ਜਾਂਚ ਦੇ ਲਈ 2 ਚੀਜ਼ਾਂ ਕਾਫੀ ਆ। ਜਾਂਚ ਹੀ ਆ, ਇੱਕ ਇਹਨਾਂ ਦੀ ਪਰਚੀ ਜਿਹਦੇ ਉੱਤੇ ਇਹ ਕਹਿ ਰਹੇ ਆ ਵੀ ਸ਼ਾਇਦ ਇਸ ਬੰਦੇ ਨੂੰ ਕਰੋਨਾ, ਔਰ ਇਹ ਵੀ ਇਹਨਾਂ ਨੇ ਸ਼ੱਕੀ ਲਿਖਿਆ ਔਰ ਸ਼ੱਕੀ ਲਿਖਣ ਤੋਂ ਬਾਅਦ ਕਰੋਨਾ ਦੇ ਵਾਰਡ 'ਚ ਉਹਨੂੰ ਕਿੱਦਾਂ ਭੇਜ ਦਿੱਤਾ। ਔਰ ਉਸ ਤੋਂ ਅਗਲੀ ਪਰਚੀ ਜਿਹਦੇ ਵਿੱਚ ਕੋਵਿਡ-19 ਨੈਗੇਟਿਵ ਹੈ ਔਰ ਇਹ ਗੁਰੂ ਨਾਨਕ ਮੈਡੀਕਲ ਕਾਲਜ ਦੀ ਪਰਚੀ ਹੈ ਅੰਮ੍ਰਿਤਸਰ ਦੀ।
ਤੋ ਇਹਦਾ ਮਤਲਬ ਇਹ ਜਾਂਚ ਜਿਹੜੀ ਆ ਹੋ ਚੁੱਕੀ ਆ ਕਿ ਇਹਨਾਂ ਨੇ ਇੱਕ ਇਨਸਾਨ ਦੀ ਜਾਨ ਜਿਹੜੀ ਆ ਉਹ ਡਾਕਟਰਾਂ ਦੀ ਅਣਗਹਿਲੀ ਗਲਤੀ ਦੇ ਨਾਲ, ਇਹ ਡਾਕਟਰਾਂ ਦੀ ਗਲਤੀ ਦੇ ਨਾਲ ਇੱਕ ਇਨਸਾਨ ਦੀ ਜਾਨ ਗਈ ਆ। ਤੋ ਅਸੀਂ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਦੋਸ਼ੀ ਜਿਹੜਾ ਡਾਕਟਰ ਹੈਗਾ, ਕੋਈ ਵੀ ਹੋਵੇ, ਉਸ ਵੇਲੇ ਜਿਹੜਾ ਡਿਊਟੀ ਤੇ ਸੀ, ਜਿਹਨੇ ਉਹਨੂੰ ਕਰੋਨਾ ਦੇ ਵਾਰਡ ਦੇ ਵਿੱਚ ਭੇਜਿਆ, ਜਾਂ ਉਹਦੇ ਉੱਪਰ ਹੈੱਡ, ਜਾਂ ਉਹਦੇ ਨਾਲ ਉਹਦੇ ਕਲੀਗ ਜਿਹੜੇ ਵੀ ਸੀਗੇ, ਜਿਹੜੇ ਕੋਈ ਉਹਨੂੰ ਚੈੱਕ ਕਰਨ ਗਿਆ ਜਾਂ ਕੁਝ ਵੀ, ਇਹਨਾਂ ਸਾਰਿਆਂ ਦੀ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਆ ਵੀ ਇਹਦੇ ਵਿੱਚ ਇਨਵੋਲਵ ਕਿੰਨੇ ਆ। ਇਸ ਸਾਰੀ ਪੂਰੀ ਟੀਮ ਜਿਹੜੀ ਆ ਉਹਦੇ ਖਿਲਾਫ ਅਸੀਂ ਕਾਰਵਾਈ ਦੀ ਮੰਗ ਕਰ ਰਹੇ ਹਾਂ, ਔਰ ਸਵੇਰੇ ਜਿਹੜਾ ਹੈਗਾ ਉਹ ਕਾਰਵਾਈ ਲਈ ਅਸੀਂ ਆਹ ਸਾਰੇ ਪ੍ਰੂਫ ਨਾਲ ਲਗਾ ਕੇ ਲਿਖਤੀ ਵੀ ਦੇਵਾਂਗੇ, ਕਿਉਂਕਿ ਹੁਣ ਟਾਈਮ ਸ਼ਾਮ ਦਾ ਹੈਗਾ। ਔਰ ਉਸ ਤੋਂ ਬਾਅਦ ਵਿੱਚ ਅਗਰ ਇਹਨਾਂ ਨੇ ਇਸੇ ਤਰੀਕੇ ਦੇ ਨਾਲ ਕੋਈ ਢਿੱਲ ਮੱਠ ਰੱਖੀ ਤਾਂ ਅਸੀਂ ਹੋਰ ਕੋਈ ਕੀਮਤੀ ਜਾਨ ਦਾ ਨੁਕਸਾਨ ਨਾ ਹੋਵੇ, ਕਿਉਂਕਿ ਫਗਵਾੜੇ ਦੇ ਵਿੱਚ ਇਹ ਸਿਵਲ ਹਸਪੀਟਲ ਹੈ ਇੱਕ, ਜਿੱਥੇ ਲੋਕ ਆਸ ਦੇ ਨਾਲ ਆਉਂਦੇ ਆ, ਔਰ ਇਹੀ ਸਿਵਲ ਹਸਪੀਟਲ ਆ ਜਿੱਥੇ ਕੋਵਿਡ-19 ਦੇ ਪੇਸ਼ੈਂਟ ਨੂੰ ਦੇਖਿਆ ਜਾਂਦਾ। ਤੇ ਜੇ ਇੱਥੇ ਆ ਕੇ ਇਹ ਕੰਮ ਹੋ ਰਿਹਾ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਨਾਲ ਇਦਾਂ ਦਾ ਕੋਈ ਵਾਕਿਆ ਨਾ ਹੋਵੇ, ਕੋਈ ਘਟਨਾ ਨਾ ਘਟੇ, ਇਹਨੂੰ ਰੋਕਣ ਦੇ ਵਾਸਤੇ ਇਹਨਾਂ ਡਾਕਟਰਸ ਦੇ ਉੱਤੇ ਕਾਰਵਾਈ ਬਣਦੀ ਹੈ ਔਰ ਬਹੁਤ ਜ਼ਰੂਰੀ ਹੈ। ਇਹਦੀ ਅਸੀਂ ਜਿਹੜੀ ਡਿਮਾਂਡ ਆ ਉਹ ਕਰ ਰਹੇ ਹਾਂ। जी मेरा नाम दिलीप कुमार है जी। क्या मामला है? आप बोल रहे हैं आपके पिताजी थे जिनकी डेथ हो गई है। हाँ जी, क्या नाम था उनका? मेरे पिताजी का नाम मोहन लाल जी, सन ऑफ जिया लाल। हाँ। दो दिन पहले कोविड के चलते यहाँ दाखिल थे। कौन से अस्पताल में? नशा छुड़ाऊ जो बना पिछला, वहाँ पर कोविड सेंटर बना है। कौन से शहर में? फगवाड़ा सिविल हॉस्पिटल फगवाड़ा कोविड सेंटर है। तो वहाँ पे उन्होंने ना मतलब पापा को देख के कहा कि इनको कोविड है। कोविड के चलते इनको रख लिया गया और ना कि कोई सैंपलिंग हुई। सस्पेक्टेड केस भी ये कोरोना वार्ड में नहीं रखते जब तक वो कोरोना पॉजिटिव ना हो। ठीक है, ये इनका प्रोटोकॉल है। ठीक है, फिर उसके बाद उन्होंने टीके भी लगा दिए। टीके लगाने की वजह से उनका ऑक्सीजन लेवल कम हो गया, क्योंकि उनका हार्ट पहले से ही 30% काम करता था। आपके मुताबिक है कि उनको कोरोना नहीं था, कोई टेस्ट नहीं हुआ, लेकिन फिर भी कोरोना वार्ड में रखा गया। सर मैं 3 दिन साथ में था, आप कैमरे चेक करा सकते हैं अंदर के। कोई सैंपलिंग नहीं हुई पापा की, सिर्फ ब्लड टेस्ट के अलावा कोई सैंपलिंग नहीं हुई। फिर वो कोरोना वार्ड में कैसे ले गए? वो वैसे ही सस्पेक्टेड डाल के वैसे ही कोरोना वार्ड में डाल दिया। ठीक है, कहते हैं कि इनको कोरोना होगा। ठीक है, उसके बाद जब मैं आज सुबह ऑक्सीजन कम होने लगी तो मैं लेके भागा वहाँ पे अमृतसर। तो पहले हम गए पिम्स हॉस्पिटल। पिम्स हॉस्पिटल वाले कहते हैं थर्ड स्टेज है ये कोरोना की, हम नहीं रख सकते। वो कहते जलंधर सिविल हॉस्पिटल में ले जाओ, वो रख लेंगे, वो नहीं रेफर करेंगे। हम वहाँ लेके गए, वो भी कहते हैं हम नहीं रख सकते, बहुत बुरी कंडीशन है। फिर हम अमृतसर लेके भागे। अमृतसर पहुँचते मतलब उनकी बस हो चुकी थी, आधे घंटे बाद उनकी डेथ हो गई। ये उनका सर्टिफिकेट है। अमृतसर कौन से अस्पताल गए आप? हाँ जी, अमृतसर कौन सा अस्पताल है? गुरु नानक मेडिकल कॉलेज है। तो वहाँ पे ये मतलब उन्होंने डेथ सर्टिफिकेट बना के दिया, ये उनकी स्टैंप लगी हुई है। उन्होंने टेस्ट किया वहाँ? उन्होंने मेरे सामने टेस्ट किया और फिर तो उन्होंने नेगेटिव की रिपोर्ट बना के दी है। ठीक है, अब आप चाहते क्या हैं, क्या मांग करते हैं? सर मैं इनके चाहता हूँ कि किसकी इनकी गलती धांधली कहते हैं? दूर हो, और लोग ये जो कोरोना का धांधली चल रही ਹਸਪਤਾਲ ਦੇ ਵਿੱਚ ਆਇਆ ਹੈ, ਜਿਸ ਦੇ ਵਿੱਚ ਮੋਹਨ ਲਾਲ ਕੋਈ ਗੋਬਿੰਦਪੁਰੇ ਦਾ ਪੇਸ਼ੈਂਟ ਸੀ, ਜਿਹਦੀ ਬਿਨਾ ਸੈਂਪਲਿੰਗ ਤੋਂ ਕਰੋਨਾ ਵਾਰਡ ਦੇ ਵਿੱਚ ਉਹਨੂੰ ਐਡਮਿਟ ਕੀਤਾ ਗਿਆ। ਔਰ ਉਹਨਾਂ ਦਾ ਜਿਹੜੇ ਪਰਿਜਨ ਹੈ ਉਹਨਾਂ ਦਾ ਕਹਿਣਾ ਹੈ ਕਿ ਗਲਤ ਟ੍ਰੀਟਮੈਂਟ ਹੋਇਆ। ਕੀ ਕਹਿਣਾ ਤੁਹਾਡਾ? ਜਿਸ ਤਰ੍ਹਾਂ ਕਿ ਤੁਸੀਂ ਮੇਰਾ ਧਿਆਨ ਚੱਲਣ ਦੀ ਗੱਲ, ਮੈਂ ਜਾ ਕੇ ਸਾਰਾ ਦੇਖਿਆ ਹੈਗਾ। ਮੋਹਨ ਲਾਲ 54 ਮੇਲ ਹੈ, ਸਨ ਆਫ ਜੀਆ ਲਾਲ, ਤੇ ਮੁਹੱਲਾ ਗੋਬਿੰਦਪੁਰਾ ਰਹਿਣ ਵਾਲਾ। 31 ਮਾਰਚ ਨੂੰ ਸਾਡੇ ਕੋਲ ਇੱਥੇ ਸਿਵਲ ਹਸਪੀਟਲ 'ਚ ਆਇਆ ਤੇ 5:10 ਤੇ ਆਇਆ। ਇੱਦਾਂ ਐਮਰਜੈਂਸੀ 'ਚ ਆਉਂਦਾ ਪੇਸ਼ੈਂਟ ਦੇ, ਜਿਹੜੀਆਂ ਪਿੱਛੇ ਰਿਪੋਰਟ ਲੈ ਕੇ ਆਇਆ। ਉਹਨਾਂ ਨੇ CT ਸਕੈਨ ਤੇ ਸੈਕਰਡ ਹਾਰਟ ਹਸਪੀਟਲ ਦੇ ਵਿੱਚੋਂ ਮਤਲਬ ਟੈਸਟ ਕਰਾਏ ਸੀਗੇ ਤੇ ਸਾਡੇ ਮੈਡੀਕਲ ਸਪੈਸ਼ਲਿਸਟ ਡਾਕਟਰ ਦਵਿੰਦਰਪਾਲ ਸਿੰਘ ਨੇ ਇਹਨਾਂ ਨੂੰ ਦੇਖਿਆ ਤੇ ਜਿਹੜੀ ਇਹਨਾਂ ਦੀਆਂ ਜਿਹੜੀਆਂ ਇੱਥੋਂ ਅਸੀਂ ਸਾਰਾ ਜਿਹੜਾ ਫਰੀ ਇਲਾਜ ਕੀਤਾ। ਡੀ ਡਾਈਮਰ ਟੈਸਟ ਕਰਾਉਂਦੇ ਹਾਂ, CRP ਕਰਾਉਂਦੇ ਹਾਂ। ਉਹ ਹਰ ਸਾਈਡ ਤੇ ਆਏ ਸੀਗੇ। ਡੀ ਡਾਈਮਰ ਦੀ ਵੈਲਿਊ ਜਿਹੜੀ ਆ, ਅਸੀਂ ਉਹਦੇ ਕਰਕੇ ਸਸਪੈਕਟਡ ਇਮੀਡੀਏਟਲੀ ਅਸੀਂ ਇਹਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਉਹਦਾ ਮਤਲਬ ਕਿ ਅਸੀਂ ਰੈਪਿਡ ਟੈਸਟ ਤੇ ਨਾਲ RT-PCR ਟੈਸਟ ਕਰਾਈਦੇ ਆ ਤੇ ਜਿਹੜਾ ਕਿ ਇਹ ਇਲਾਜ ਸ਼ੁਰੂ ਹੋ ਗਿਆ ਮਰੀਜ਼ ਦਾ ਤੇ ਉਹ ਇਲਾਜ ਚੱਲਦਾ ਰਿਹਾ। ਜਿੱਦਾਂ ਕਿ ਜਦੋਂ ਇਹਦੀ ਸੈਚੂਰੇਸ਼ਨ ਇਹ ਸਾਡਾ ਲੈਵਲ 2 ਹੈ, ਉਹ ਵਿਦ ਆਕਸੀਜਨ 15 ਲੀਟਰ ਤੋਂ ਜਦੋਂ ਦੇਣ ਦੇ ਬਾਵਜੂਦ ਵੀ ਜਿਹੜੀ ਨਹੀਂ ਕੰਟਰੋਲ ਆਉਂਦੀ, ਤਦ ਉਹਨਾਂ ਨੇ ਅੱਜ ਰੈਫਰ ਕੀਤਾ ਹੈਗਾ। ਰੈਫਰ ਕਰਨ ਦੇ ਬਾਅਦ ਉੱਥੇ ਜਾ ਕੇ ਜਦੋਂ ਉਹਨਾਂ ਨੇ ਮਤਲਬ ਕੀਤਾ, ਟੈਸਟ ਕੀਤਾ, ਉਹਨਾਂ ਦੀ ਰਿਪੋਰਟ ਜੋ ਦੱਸਿਆ। ਡਾਕਟਰ ਸਾਹਿਬ ਰੈਫਰ ਨਹੀਂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਰੈਫਰ ਅਸੀਂ ਜ਼ਬਰਦਸਤੀ ਕਰਵਾਇਆ ਔਰ ਜਦੋਂ ਜਲੰਧਰ ਲੈ ਗਏ ਉਹਨਾਂ ਨੇ ਫਿਰ ਭੇਜਤਾ ਅੰਮ੍ਰਿਤਸਰ ਜਾ ਕੇ ਉਹਦੀ ਡੈਥ ਹੋ ਜਾਂਦੀ ਹੈ। ਕਰੋਨਾ ਰਿਪੋਰਟ ਆਉਂਦੀ ਹੈ ਨੈਗੇਟਿਵ। ਉਹਨਾਂ ਦਾ ਆਰੋਪ ਹੈ ਕਿ ਜਦੋਂ ਕਰੋਨਾ ਸੀਗਾ ਹੀ ਨਹੀਂ ਤਾਂ ਫਿਰ ਉਸ ਵਾਰਡ ਦੇ ਵਿੱਚ ਮਰੀਜ਼ ਨੂੰ ਭੇਜਿਆ ਕਿਉਂ ਗਿਆ?
ਜਿਹੜਾ ਕਿ ਅਸੀਂ ਸਾਰਾ ਹੀ ਚੀਜ਼ਾਂ ਮੈਂ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਵੀ ਗੱਲ ਕੀਤੀ। ਪਹਿਲਾਂ ਇਹ ਸੇਕਰਡ ਹਾਰਟ ਹਸਪੀਟਲ ਗਏ, ਫਿਰ ਗਾਂਧੀ ਹਸਪੀਟਲ ਗਏ ਨੇ, ਫਿਰ ਸਾਡੇ ਕੋਲ ਇੱਥੇ ਆਏ ਨੇ। ਜਦੋਂ ਅਸੀਂ ਇਹਨਾਂ ਦਾ ਸਾਰਾ ਟ੍ਰੀਟਮੈਂਟ ਕੀਤਾ, ਆਮ ਤੌਰ ਤੇ ਤਾਂ ਇਹ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਵੀ ਸਾਡਾ ਇਲਾਜ ਨਹੀਂ ਸ਼ੁਰੂ ਕੀਤਾ। ਇਸ ਕੇਸ ਦੇ ਵਿੱਚ ਉਲਟ ਦੱਸ ਰਹੇ ਨੇ ਜਿਹਦੇ ਕਿ ਇਲਾਜ ਸਾਰਾ ਸ਼ੁਰੂ ਹੋ ਗਿਆ, ਇਲਾਜ ਚੱਲਦਾ ਰਿਹਾ ਸਾਰਾ ਕਰਕੇ। ਜਦੋਂ ਉਹ ਕੰਡੀਸ਼ਨ ਨੂੰ ਮਤਲਬ ਕਿ ਮੈਡੀਕਲ ਕਾਲਜ ਅਸੀਂ ਸਾਡੇ ਤੋਂ ਲੈਵਲ 1 ਹੈਗਾ ਅੰਮ੍ਰਿਤਸਰ ਮੈਡੀਕਲ ਕਾਲਜ ਭੇਜਿਆ। ਉੱਥੇ ਮਤਲਬ ਜਾ ਕੇ ਉਹਨਾਂ ਨੇ ਮਤਲਬ ਜਿਹੜੀ ਇਹਨੂੰ ਪ੍ਰੋਬਲਮ ਆਈ ਆ ਉਹ ਠੀਕ ਆ, ਟੈਸਟ ਕੀਤਾ, ਜੋ ਵੀ ਜਿਹੜੀਆਂ ਇਹਦੇ ਵਿੱਚ ਕਮੀਆਂ ਹੈਗੀਆਂ ਉਹ ਸਾਨੂੰ ਦੇ ਰਹੇ ਨੇ ਲਿਖਤੀ ਰੂਪ 'ਚ। ਅਸੀਂ ਲਿਖਤੀ ਰੂਪ 'ਚ ਹੀ ਉਹਨਾਂ ਦਾ ਜਵਾਬ ਦੇਵਾਂਗੇ। ਡਾਕਟਰ ਸਾਹਿਬ ਇੱਕ ਉੱਠਦਾ ਕਿ ਇੱਕ ਬੰਦੇ ਦੀ ਜਿਹੜੀ ਰਿਪੋਰਟ ਆ ਉਹ ਪੋਜ਼ਿਟਿਵ ਹੈ ਹੀ ਨਹੀਂ, ਪਰ ਇਲਾਜ ਉਹਦਾ ਸ਼ੁਰੂ ਕਰ ਦਿੱਤਾ ਗਿਆ ਪੋਜ਼ਿਟਿਵ ਵਾਲਾ। ਇਹਦੇ ਬਾਰੇ ਦੱਸੋ ਹੁਣ। ਜਦ ਦੱਸਿਆ ਮੇਰੇ ਧਿਆਨ 'ਚ ਲਿਆਂਦੀ ਨਾ ਗੱਲ, ਹੁਣੇ ਮੈਂ ਸਾਰਾ ਰਿਕਾਰਡ ਡਾਕਟਰ ਦਵਿੰਦਰ ਨੂੰ ਮੈਂ ਕਰਤਾ, ਸਾਰਾ ਆਪਾਂ ਇਹਦਾ ਕਰਾਂਗੇ। ਅਸੀਂ ਬਾਕੀ ਮਰੀਜ਼ ਦਾ ਵੀ ਇਲਾਜ ਕਰਦੇ ਪਏ ਆ, ਇਹਦਾ ਵੀ ਤੁਹਾਨੂੰ ਜੋ ਵੀ ਹੈ ਸਾਰਾ ਅਸੀਂ ਇਹਨਾਂ ਦੀ ਕਰਕੇ ਇਨਕੁਆਇਰੀ ਕਰਕੇ ਤੁਹਾਨੂੰ ਇੱਥੇ ਜਵਾਬ ਦੇਵਾਂਗੇ। ਡਾਕਟਰ ਸਾਹਿਬ ਇੱਕ ਹੋਰ ਗੱਲ ਹੈ, ਆਪਣਾ ਕਰੋਨਾ ਵਾਰਡ ਹੈ, ਇੱਥੇ ਪੇਸ਼ੈਂਟ ਜਨਰਲ ਵਾਰਡ ਦੇ ਵਿੱਚ ਦਾਖਲ ਹੈ। ਉਹਨਾਂ ਦੇ ਪਰਿਜਨ ਜਿਹੜੇ ਹੈ ਸਮਾਨ ਜਿਹੜਾ ਪਰਦੇ ਵਗੈਰਾ ਉਹ ਸਾਰਾ ਕੁਝ ਆਪ ਉਠਾ ਕੇ ਲੈ ਜਾ ਰਹੇ। ਕੀ ਤੁਹਾਡੇ ਕੋਲ ਸਟਾਫ ਦੀ ਕਮੀ ਹੈ? 4 ਕਲਾਸ ਜਾਂ ਹੋਰ ਅਨਦਰ ਸਟਾਫ ਹੈ ਨਹੀਂ ਜਿਹੜਾ ਕਿ ਲੋਕਾਂ ਨੂੰ ਆਪ ਲੈ ਜਾਣਾ ਪੈ ਰਿਹਾ ਸਾਰਾ ਸਮਾਨ? ਜਿੱਦਾਂ ਸਮਾਨ ਜਿੱਦਾਂ ਸਾਡੇ ਐਡਮਿਟ ਹੋ ਜਿਸ ਜਾਂਦਾ ਤਰ੍ਹਾਂ ਪਰਦਾ ਵਗੈਰਾ ਜੋ ਕੁਝ ਵੀ ਹੈਗਾ ਜਾਂ ਸਟੈਂਡ ਪਰਦਾ ਵਗੈਰਾ ਜਿਹੜਾ ਹੁੰਦਾ ਆਪਣਾ ਉਹ ਲੈ ਜਾ ਰਹੇ। ਸਾਡੇ ਕੋਲ ਵੀਡੀਓ ਹੈ, ਰਿਕਾਰਡਿੰਗ ਹੈ, ਉਹ ਕਹਿ ਰਹੇ ਵੀ ਇੱਥੇ ਬੰਦਾ ਹੀ ਕੋਈ ਨਹੀਂ, ਸੁਣਦਾ ਹੀ ਨਹੀਂ। ਕੀ ਕਹਿਣਾ ਤੁਹਾਡਾ ਇਸ ਬਾਰੇ 'ਚ? ਦੇਖੋ ਜੀ, ਸਾਡੇ 15 ਫਰਵਰੀ ਦਾ ਸਾਡੇ ਕੋਲ ਚੱਲ ਰਿਹਾ। ਅੱਜ ਤੁਸੀਂ ਪਹਿਲੀ ਵਾਰੀ ਜਿਸ 'ਚ ਕੋਈ ਥੋੜੀ ਬਹੁਤੀ ਕਮੀ ਜਿਹੜੀ ਨੋਟ ਕੀਤੀ ਗਈ ਆ ਉਹ ਅਸੀਂ ਉਹ ਵੀ ਪੂਰੀ ਕਰਾਂਗੇ। ਲਗਾਤਾਰ ਅਸੀਂ ਜਿਹੜਾ ਲੈਵਲ 2 ਪੇਸ਼ੈਂਟ ਚਲਾ ਰਿਹਾ, ਲੋਕ ਇੱਥੋਂ ਠੀਕ ਹੋ ਕੇ ਗਏ ਨੇ। ਠੀਕ ਹੈ, ਅਸੀਂ ਸਾਡਾ ਸਰਕਾਰ ਦਾ ਕੰਮ ਇਹੀ ਹੈ। ਲੋਕਾਂ ਦਾ ਬਾਹਰ ਲੱਖਾਂ ਰੁਪਏ ਲੱਗ ਜਾਂਦੇ ਨੇ, ਇੱਥੇ ਸਾਡਾ ਫ੍ਰੀ ਇਲਾਜ ਕਰਦੇ ਪਏ ਆ। ਨਹੀਂ ਡਾਕਟਰ ਸਾਹਿਬ, ਮਾੜੀ ਮੋਟੀ ਕਮੀ ਕੋਈ ਦੱਸੀ ਇਲਾਜ ਫ੍ਰੀ ਹੈ, ਸਰਕਾਰ ਵੱਲੋਂ ਫ੍ਰੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਮੇਰਾ ਸਵਾਲ ਇਹ ਹੈ ਵੀ ਇੱਕ ਪੇਸ਼ੈਂਟ ਬਜ਼ੁਰਗ ਪੇਸ਼ੈਂਟ ਦਾਖਲ ਹੈ, ਉਹਦੇ ਨਾਲ ਇੱਕ ਹੋਰ ਬਜ਼ੁਰਗ ਹੈ। ਉਹ ਬਜ਼ੁਰਗ ਅੱਧਾ ਕਿਲੋਮੀਟਰ ਤੋਂ ਜਿਹੜਾ ਇੰਨਾ ਭਾਰਾ ਸਮਾਨ ਜਿਹੜਾ ਹੈ ਲੈ ਜਾ ਰਿਹਾ, ਕਿਉਂ ਲੋੜ ਪੈ ਗਈ ਉਹਨਾਂ ਨੂੰ ਲੈ ਜਾਣ ਦੀ? ਕਿਆ ਹਸਪਤਾਲ ਦੇ ਕੋਲ ਉਹ ਸਮਾਨ ਹੈ ਨਹੀਂ ਜਿੱਥੇ ਬਾਹਰ ਕਰੋਨਾ ਵਾਰ ਤੋਂ ਲੈ ਜਾ ਕੇ ਉੱਥੇ ਲੈ ਜਾ ਰਹੇ ਹੋ? ਉਹੀ ਤੁਹਾਨੂੰ ਪੂਰੀ ਰਿਪੋਰਟ ਦੇਵਾਂਗੇ ਸਾਡੇ ਕੋਲੋਂ ਜਦੋਂ ਦਾ ਕਿੰਨੇ ਮਰੀਜ਼ ਦਾਖਲ ਹੈ, ਕਿੰਨੇ ਠੀਕ ਹੋ ਕੇ ਗਏ, ਉਹ ਸਾਰਾ ਤੁਹਾਨੂੰ ਅਸੀਂ ਲਿਖਤੀ ਰੂਪ 'ਚ ਕੱਲ੍ਹ ਸਵੇਰੇ ਦੇ ਦਾਂਗੇ। ਤੇ ਸਾਨੂੰ ਮਤਲਬ ਜਿਹੜਾ ਠੀਕ ਹੈ, ਜਿਹੜੀ ਥੋੜੀ ਬਹੁਤੀ ਕਮੀ ਹੈਗੀ ਉਹ ਵੀ ਅਸੀਂ ਪੂਰੇ ਕਰਾਂਗੇ। ਅੱਗੇ ਤੋਂ ਇਹ ਨਹੀਂ ਹੈਗਾ ਜੀ।